गुड मॉर्निंग स्टूडेंट्स। बच्चों स्पैरो चैप्टर नैक्सट कंटिन्यू करिए ਆਪਾਂ थर्ड पार्ट पेज 142 तो पढ़ांगे ਆਪਾਂ। दैट वाज 30 लास्ट पैराग्राफ जी। दैट वाज 30 years ago। रहीम खान reflected as he lay there on his cot in the dark hut। 30 ਸਾਲ ਹੋ ਚੁੱਕੇ ਹੀ ਇਹਨਾਂ ਗੱਲਾਂ ਨੂੰ, ਜੋ ਪਿੱਛੇ ਆਪਾਂ ਕਹਾਣੀ ਜੀ ਦੇਖੀ ਵੀ ਉਹਦੀ ਪਤਨੀ ਨਾਲ ਜੋ ਵੀ ਉਹਦਾ ਵਿਹਾਰ ਚੱਲਦਾ ਹੁੰਦਾ ਸੀ। ਰਹੀਮ ਖਾਨ ਜਿਹੜਾ ਵਾ ਇਹ ਸਭ ਯਾਦ ਕਰਦਾ ਪਿਆ ਸੀ ਇੱਕ ਮੰਜੇ ਦੇ ਉੱਪਰ ਬੈਠ ਕੇ। ਐਂਡ had not he had his revenge। ਤੇ ਇੱਥੇ ਇੱਕ ਸਵਾਲ ਵੀ ਆ ਗਿਆ, ਕੁਐਸਚਨ ਮਾਰਕ ਪਿਆ ਵਾ ਵੀ ਕੀ ਰਹੀਮ ਖਾਨ ਨੇ ਆਪਣਾ ਬਦਲਾ ਨਹੀਂ ਲਿਆ। ਜਿੱਦਾਂ ਰਹੀਮ ਖਾਨ ਨੂੰ ਲੱਗਦਾ ਹੈ ਨਾ ਵੀ ਉਹਦੀ ਪਤਨੀ ਹੀ ਜ਼ਿੰਮੇਵਾਰ ਆ ਸਾਰੀਆਂ ਮੁਸ਼ਕਿਲਾਂ ਦੀ, ਵੀ ਜੋ ਵੀ ਉਹ ਸੁਸਾਇਟੀ ਦੇ ਵਿੱਚ ਜਿੱਦਾਂ ਦਾ ਹੁਣ ਬਣ ਚੁੱਕਿਆ ਸਾਰਾ ਕੁਝ ਉਹਦੀ ਪਤਨੀ ਦੇ ਕਾਰਨ ਆ। ਉਹੀ ਉਹਦਾ ਸਿੰਬਲ ਹੁੰਦਾ ਸੀ, ਉਹਨੂੰ ਕੁੱਟਦਾ ਮਾਰਦਾ ਰਹਿੰਦਾ ਸੀ। ਕਹਿੰਦੇ ਕਿ ਕੀ ਰਹੀਮ ਖਾਨ ਨੇ ਉਹਦੇ ਤੋਂ ਬਦਲਾ ਨਹੀਂ ਲਿਆ। ਫਿਰ ਅੱਗੇ ਕੀ ਜਵਾਬ ਹੈਗਾ ਵਾ, ਪਿਛਲੇ 30 ਸਾਲਾਂ ਤੋਂ he had ill treated his wife। ਉਹ ਆਪਣੀ ਪਤਨੀ ਨਾਲ ਬਹੁਤ ਹੀ ਮਾੜਾ ਵਿਹਾਰ ਕਰਦਾ ਸੀ, ਆਪਣੇ ਬੱਚਿਆਂ ਨੂੰ ਮਾਰਦਾ ਕੁੱਟਦਾ ਸੀ। his children his bullock ਬਲਦਾਂ ਨੂੰ ਵੀ ਕੁੱਟਦਾ ਰਹਿੰਦਾ ਹੁੰਦਾ ਸੀ। quarreled with anyone quarreled with everyone in the village। ਤੇ ਪਿੰਡ ਵਿੱਚ ਜਿੰਨੇ ਵੀ ਲੋਕ ਹੀ ਸਾਰਿਆਂ ਨਾਲ ਝਗੜਦਾ ਰਹਿੰਦਾ ਹੁੰਦਾ ਸੀ। and made himself ਤੇ ਆਪਣੇ ਆਪ ਨੂੰ ਉਹਨੇ ਬਣਾ ਲਿਆ ਸੀ most hated person in the whole community। ਸਾਰਾ ਸਮਾਜ, ਸਾਰੇ ਲੋਕ ਜੋ ਵੀ ਆਂਢ ਗੁਆਂਢ ਸੀ ਸਾਰੇ ਉਹਦੇ ਨਾਲ ਬਹੁਤ ਨਫ਼ਰਤ ਕਰਦੇ ਹੁੰਦੇ ਸੀ। ਉਹ ਇਦਾਂ ਦਾ ਬਣ ਚੁੱਕਿਆ ਸੀ। the thought of being so universally detested ਹੁੰਦਾ a hated person, ਨਫ਼ਰਤ ਵਾਲਾ ਆਦਮੀ ਜਿਹੜਾ, ਇਹ ਜਿਹੜਾ ਵਿਚਾਰ ਹੀ ਉਹਦਾ ਬਣਨਾ ਸਭ ਤੋਂ ਜ਼ਿਆਦਾ ਨਫ਼ਰਤ ਵਾਲਾ ਆਦਮੀ ਬਣ ਜਾਣਾ, ਵੀ ਜਿਹਨੂੰ ਕੋਈ ਪਸੰਦ ਹੀ ਨਾ ਕਰੇ। ਇਹ ਚੀਜ਼ ਉਹਨੂੰ ਬੜੀ ਸੈਟਿਸਫੈਕਸ਼ਨ ਦਿੰਦੀ ਸੀ, ਬੜੀ ਸ਼ਾਂਤੀ ਉਹਨੂੰ ਮਿਲਦੀ ਸੀ ਇੱਦਾਂ ਦਾ ਵਿਹਾਰ ਕਰਕੇ ਵੀ ਉਹਨੂੰ ਲੋਕ ਨਫ਼ਰਤ ਕਰਨ। ਇਸ ਤੋਂ ਨੈਕਸਟ ਪੇਜ ਦੇ ਉੱਪਰ ਹੈਗਾ ਵਾ no one in the village of course understood or tried to understand the reason for this strange transformation of the cheerful and kind young man into the beast that he had become। ਕਿਸੇ ਨੇ ਵੀ ਪਿੰਡ ਚੋਂ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੀ ਕਾਰਨ ਹੀ ਇੰਨਾ ਬਦਲਾਵ ਕਿਉਂ ਆ ਗਿਆ। ਇੱਕ ਹੱਸਦਾ ਖੇਡਦਾ ਨੌਜਵਾਨ ਕਿਉਂ ਇੱਕ ਬੀਸਟ ਬਣ ਗਿਆ, ਪੱਥਰ ਦਿਲ ਬਣ ਗਿਆ, ਇੱਦਾਂ ਦਾ ਬਦਲਾਵ ਕਿਉਂ ਆ ਗਿਆ। At first their attitude toward him with one of astonished hostility ਹੁੰਦੀ ਦੁਸ਼ਮਣੀ। ਸ਼ੁਰੂਆਤ ਵਿੱਚ ਜਿਹੜਾ ਰਹੀਮ ਖਾਨ ਦਾ ਜਾਂ ਪਿੰਡ ਦੇ ਲੋਕਾਂ ਦਾ ਐਟੀਟਿਊਡ ਹੈਗਾ ਹੀ ਰਹੀਮ ਖਾਨ ਦੇ ਵੱਲ, ਦੇਅਰ ਐਟੀਟਿਊਡ ਲਿਖਿਆ ਨਾ, ਉਹਨਾਂ ਦਾ ਪਿੰਡ ਦੇ ਲੋਕਾਂ ਦਾ ਜਿਹੜਾ ਵਿਹਾਰ ਹੀ ਰਹੀਮ ਖਾਨ ਦੇ ਵੱਲ ਉਹ ਕਿੱਦਾਂ ਦਾ ਹੀ ਦੁਸ਼ਮਣੀ ਵਾਲਾ, ਵੀ ਦੁਸ਼ਮਣ ਸਮਝਦੇ ਹੁੰਦੇ ਸੀ, ਸਾਰਿਆਂ ਨਾਲ ਮਾਰਦਾ ਕੁੱਟਦਾ ਰਹਿੰਦਾ ਹੁੰਦਾ ਸੀ। but later it changed to indifference mingled with fear। ਬਾਅਦ ਦੇ ਵਿੱਚ ਉਹ ਜਿਹੜਾ ਵਿਹਾਰ ਆ ਉਹ ਚੇਂਜ ਹੋ ਗਿਆ। indifference ਜਿੱਦਾਂ ਮਤਲਬ ਅਣਦੇਖਿਆ ਜਿਹਾ ਕਰ ਦੇਣਾ, ਉਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ, ਤੇ ਜਾਂ ਉਹਦਾ ਡਰ ਹੀ ਇੰਨਾ ਪੈ ਗਿਆ ਸੀ ਵੀ ਉਹਦੇ ਵੱਲ ਧਿਆਨ ਦੇਣਾ ਹੀ ਲੋਕਾਂ ਛੱਡਤਾ ਸੀ, ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਹੁੰਦਾ। ਇੱਦਾਂ ਬਦਲ ਗਿਆ ਸੀ ਉਹਨਾਂ ਦਾ ਵਿਹਾਰ ਪਿੰਡ ਦੇ ਲੋਕਾਂ ਦਾ। of understanding and sympathy he received none। ਨਾ ਤੇ ਉਹਨੂੰ ਕਿਸੇ ਨੇ ਸਮਝਿਆ, ਨਾ ਉਹਦੇ ਤੇ ਕੋਈ ਦਇਆ ਹੀ ਕਰਦਾ ਸੀ ਰਹੀਮ ਖਾਨ ਤੇ। shunned by everyone। shunned ਦਾ ਮਤਲਬ ਇਹੋ ਹੀ ਹੁੰਦਾ ਵਾ ਅਵੋਇਡ ਕਰਨਾ। avoided by everyone with a bitterness ever growing ਦਾ ਮਤਲਬ ਹੈਗਾ ਏ biting at his heart। ਸਾਰੇ ਉਹਨੂੰ ਅਵੋਇਡ ਕਰਨ ਡੈ ਪਏ, ਜਿਹਦੇ ਨਾਲ ਉਹਦਾ ਹਾਰਟ 'ਚ ਫਿਰ ਕੜਵਾਹਟ ਜਿਹੀ ਬਣ ਡੈ ਪਈ। ਰਹੀਮ ਖਾਨ sought consolation in the unquestioned authority over his wife which society allowed him। ਰਹੀਮ ਖਾਨ ਜਿਹੜਾ ਵਾ ਜਿੱਦਾਂ over his wife which society allowed him। ਰਹੀਮ ਖਾਨ ਜਿਹੜਾ ਵਾ ਜੋ ਵੀ ਆਪਣੇ ਦਿਲ ਦਾ ਗੁੱਸਾ ਹੀ ਸਾਰਾ ਕਿਹਦੇ ਤੇ ਕੱਢਦਾ ਸੀ, ਆਪਣੀ ਪਤਨੀ ਤੇ। ਇੰਝ ਲੱਗਦਾ ਸੀ ਵੀ ਸੁਸਾਇਟੀ ਉਹਨੂੰ ਆਗਿਆ ਦਿੰਦੀ ਆ ਵੀ ਤੂੰ ਬਾਹਰ ਕੁਝ ਨਹੀਂ ਕਰਨਾ, ਤੇ ਆਪਣੀ ਪਤਨੀ ਨਾਲ ਜੋ ਮਰਜ਼ੀ ਕਰ, ਲੜ ਝਗੜ ਜਿੱਦਾਂ ਮਰਜ਼ੀ, ਸੁਸਾਇਟੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦੀ। For 30 years his wife had submitted to his persecution with the slave-like docility। ਪਿਛਲੇ 30 ਸਾਲਾਂ ਤੋਂ ਉਹਦੀ ਪਤਨੀ ਇੱਕ ਗੁਲਾਮ ਦੀ ਤਰ੍ਹਾਂ ਹੀ ਉਹਦੇ ਕੋਲ, 30 ਸਾਲ ਹੋ ਗਏ ਸੀ ਉਹਨਾਂ ਦੇ ਵਿਆਹ ਨੂੰ, ਤੇ ਉਹਦੀ ਪਤਨੀ ਗੁਲਾਮ ਦੀ ਤਰ੍ਹਾਂ ਹੀ ਰਹੀਮ ਖਾਨ ਦੇ ਕੋਲ। that is the bandage of her tribe। ਜਿਵੇਂ ਇਹ ਜਿੱਦਾਂ
ਇਹ ਇੱਕ ਹਿਸਾਬ ਦਾ ਕਿਹਾ ਦੈਟ ਇਜ਼ ਦਾ ਬੈਡੇਜ ਆਫ ਹਰ ਟਰਾਈਬ ਹਰ ਆਇਆ ਉਹਦੀ ਪਤਨੀ ਲਈ। ਜਿੱਦਾਂ ਪਤਨੀਆਂ ਹੁੰਦੀਆਂ ਹੀ ਗੁਲਾਮ ਬਣਾਉਣ ਲਈ ਆ, ਕੁਝ ਇਸ ਤਰ੍ਹਾਂ ਦਾ ਚਿੰਨ੍ਹ ਜਿਹਾ ਕਹਿ ਸਕਦੇ ਹਾਂ ਆਪਾਂ ਵੀ ਇੰਝ ਹੀ ਲੱਗਦਾ ਵੀ ਉਹ ਬਣੀ ਹੀ ਗੁਲਾਮੀ ਦੇ ਲਈ ਆ, ਵੀ ਜੋ ਵੀ ਉਹਨਾਂ ਦਾ ਕਬੀਲਾ ਹੀ ਸਮਾਜ ਦੇ ਵਿੱਚ ਪਤਨੀ ਨੂੰ ਗੁਲਾਮ ਹੀ ਸਮਝਿਆ ਜਾਂਦਾ ਹੋਊਗਾ। ਇਸ ਤਰ੍ਹਾਂ ਦੀ ਲਾਈਨ ਦਾ ਮਤਲਬ ਹੈਗਾ। Lately, indeed, she had become so used to corporal chastisement that it seemed unnatural if a whole week passed without a beating. ਪਰ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਹਦੀ ਪਤਨੀ ਨੂੰ ਇੰਨੀ ਆਦਤ ਪੈ ਗਈ ਸੀ ਵੀ ਉਹਨੂੰ ਬੜਾ ਹੀ ਅਨਨੈਚੁਰਲ ਜਿਹਾ ਲੱਗਦਾ ਹੁੰਦਾ ਸੀ ਵੀ ਜੇਕਰ ਪੂਰਾ ਹਫਤਾ ਲੰਘ ਜਾਂਦਾ ਤੇ ਉਹਨੂੰ ਮਾਰਿਆ ਕੁੱਟਿਆ ਨਹੀਂ ਜਾਂਦਾ, ਵੀ ਉਹਨੂੰ ਹੀ ਕੁੱਟ ਦੀ ਆਦਤ ਪੈ ਗਈ ਉਹਦੀ ਪਤਨੀ ਨੂੰ। ਜੇ ਉਹਨੂੰ ਰਹੀਮ ਖਾਨ ਹਫਤਾ ਝਿੜਕਦਾ ਨਹੀਂ ਹੁੰਦਾ ਤੇ ਉਹਨੂੰ ਬੜਾ ਅਨਨੈਚੁਰਲ ਜਿਹਾ ਲੱਗਦਾ ਵੀ ਕੀ ਹੁੰਦਾ ਪਿਆ ਵਾ, ਵੀ ਉਹਨੂੰ ਵੱਖਰਾ ਜਿਹਾ ਲੱਗਦਾ ਹੁੰਦਾ ਸੀ ਕੁਝ। To Rahim Khan, beating his wife had become a part of his everyday existence. ਜਿੱਦਾਂ ਰਹੀਮ ਖਾਨ ਦੇ ਲਈ ਵੀ ਪਤਨੀ ਨੂੰ ਮਾਰਨਾ ਵੀ ਇੱਕ ਹਿੱਸਾ ਹੀ ਬਣ ਗਿਆ ਸੀ, ਵੀ ਉਹ ਇਹ ਕੰਮ ਵੀ ਕਰਦਾ ਹੁੰਦਾ ਸੀ। As sheep gathered round him, his last thought was whether he would be able to endure a life without having an opportunity of indulging in what had now become his second nature. As sleep gathered round him, ਮੇਰੇ ਕੋਲ sheep ਬੋਲਿਆ ਗਿਆ, as sleep gathered round him। ਹੁਣ ਇਹ ਤੋਂ ਜਿਹੜੀਆਂ ਪਹਿਲੀਆਂ ਲਾਈਨਾਂ ਤੁਹਾਨੂੰ ਮੈਂ ਦੱਸੀਆਂ ਵਾ, ਇਹ ਰਹੀਮ ਖਾਨ ਮੰਜੇ ਤੇ ਬੈਠਾ ਸੋਚਦਾ ਪਿਆ ਸੀ। ਹੁਣ ਉਹਦੇ ਇੱਕਦਮ ਉਹਦਾ ਧਿਆਨ ਦੂਜੇ ਬੰਨੇ ਜਾਂਦਾ, ਜਿੱਦਾਂ ਹੀ ਨੀਂਦ ਉਹਨੂੰ ਆਉਣ ਲੱਗਦੀ ਆ ਤੇ ਉਹਦਾ ਅਖੀਰਲਾ ਵਿਚਾਰ ਕੀ ਹੁੰਦਾ ਵਾ ਵੀ ਉਹ ਹੁਣ ਇੱਦਾਂ ਹੀ ਆਪਣੀ ਲਾਈਫ ਕੱਢ ਸਕਦਾ ਵਾ, ਵੀ ਉਹ 'ਚ ਇੰਨੀ ਕੁ ਅਬਿਲਿਟੀ ਹੈਗੀ ਆ ਵੀ ਹੁਣ ਇਕੱਲਾ ਰਹਿ ਕੇ, ਕਿਉਂਕਿ ਉਹਦੇ ਕੋਲ ਕੋਈ ਹੁਣ ਮੌਕਾ ਨਹੀਂ ਮਿਲਣਾ ਵੀ ਉਹ ਕਿਸੇ ਨੂੰ ਮਾਰ ਕੁੱਟ ਸਕੇ, ਸਾਰੇ ਨੂੰ ਛੱਡ ਕੇ ਚਲ ਗਏ। ਤੇ ਉਹਦੇ ਮਨ 'ਚ ਜਿੱਦਾਂ ਹੀ ਸੌਣ ਲੱਗਦਾ, ਸੌਣ ਤੋਂ ਪਹਿਲਾਂ ਇਹ ਵਿਚਾਰ ਆਉਂਦਾ ਵੀ ਕੀ ਉਹ ਹੁਣ ਆਪਣੀ ਅਗਲੀ ਲਾਈਫ ਵੀ ਉਹਦੇ 'ਚ ਅਬਿਲਿਟੀ ਹੈਗੀ ਵੀ ਬਿਨਾਂ ਕਿਸੇ ਨੂੰ ਮਾਰੇ ਕੁੱਟੇ ਵੀ ਇਕੱਲਾ ਕੱਢ ਸਕਦਾ ਕਿ ਨਹੀਂ ਕੱਢ ਸਕਦਾ। It was perhaps the only moment when Rahim Khan had a feeling not exactly of affection for his wife. ਵੀ ਇਹੋ ਜਿਹੇ ਇੱਦਾਂ ਦਾ ਪਲ ਹੀ ਜਿਹ 'ਚ ਰਹੀਮ ਖਾਨ ਜਿਹੜਾ ਵਾ ਉਹਨੇ ਮਹਿਸੂਸ ਕੀਤਾ, ਪਰ ਨੋਟ ਐਗਜ਼ੈਕਟਲੀ ਆਫ ਅਫੈਕਸ਼ਨ, ਇਹ ਨਹੀਂ ਵੀ ਉਹਨੂੰ ਆਪਣੀ ਵਾਈਫ ਦੀ ਯਾਦ ਆਈ ਆ, ਅਫੈਕਸ਼ਨ ਹੋਈ, ਕੁਝ ਲਗਾਵ ਜਿਹਾ ਹੋਇਆ, ਇੱਦਾਂ ਦਾ ਕੁਝ ਨਹੀਂ, ਪਰ ਉਹਨੂੰ ਇੰਝ ਲੱਗਦਾ ਕੋਈ ਉਹਦਾ ਇੰਪੋਰਟੈਂਟ ਪਾਰਟ ਉਹਦੇ ਕੋਲੋਂ ਹੁਣ ਚਲ ਗਿਆ ਵਾ ਤੇ ਹੁਣ ਉਹ ਜ਼ਿੰਦਗੀ ਕੱਢ ਸਕਦਾ ਕਿ ਨਹੀਂ। ਇਹ ਇੱਕੋ ਪਲ ਹੀ ਜਦ ਉਹਨੇ ਆਪਣੀ ਪਤਨੀ ਬਾਰੇ ਕੁਝ ਸੋਚਿਆ ਹੋਊਗਾ। Never before had he realized how much the woman he hated was a part of his ਲਾਈਫ। ਇਸ ਤੋਂ ਪਹਿਲਾਂ ਉਹਨੇ ਕਦੀ ਨਹੀਂ ਰਿਅਲਾਈਜ਼ ਕੀਤਾ ਵੀ ਜਿਸ ਔਰਤ ਨੂੰ ਉਹ ਇੰਨਾ ਨਫ਼ਰਤ ਕਰਦਾ ਸੀ ਉਹ ਵੀ ਉਹਦੀ ਜ਼ਿੰਦਗੀ ਦਾ ਇੱਕ ਹਿੱਸਾ ਸੀ। ਵੈਨ ਹੀ ਅਵੋਕ ਇਟ ਵਾਸ ਆਲਰੇਡੀ ਲੇਟ ਫੋਰਨੂਨ ਹੁੰਦਾ, ਜਿੱਦਾਂ ਨੂਨ ਹੁੰਦਾ 12 ਪੂਰੇ ਵੱਜ ਜਾਂਦੇ ਜਦ ਦੁਪਹਿਰ ਦੇ, ਆਫਟਰਨੂਨ ਹੁੰਦਾ 12 ਤੋਂ ਬਾਅਦ ਦਾ ਸਮਾਂ, ਫੋਰਨੂਨ ਹੁੰਦਾ 12 ਤੋਂ ਪਹਿਲੋਂ ਦਾ ਸਮਾਂ, ਜਿਹੜਾ ਥੋੜ੍ਹਾ ਕੁ 12 ਦੇ ਲਾਗੇ ਹੋਵੇ, ਦੁਪਹਿਰ ਹੋਣ ਵਾਲੀ ਹੋਵੇ। ਜਿੱਦਾਂ ਹੀ ਉਹ ਉੱਠਦਾ ਏ ਵੀ ਸੌਂ ਜਾਂਦਾ ਏ ਤੇ ਉੱਠਦਾ ਏ ਜਦ, ਤੇ ਉਹ ਦੁਪਹਿਰ ਹੋਣੀ ਵਾਲੀ ਹੁੰਦੀ, 12 ਦੇ ਲਾਗੇ ਬੰਨੇ ਟਾਈਮ ਪਹੁੰਚ ਗਿਆ ਹੁੰਦਾ। ਹੀ ਸਟਾਰਟਿਡ ਦਾ ਡੇ ਬਾਈ ਕਰਸਿੰਗ ਹਿਜ਼ ਵਾਈਫ। ਉਹ ਦਿਨ ਦੀ ਸ਼ੁਰੂਆਤ ਕਿੱਦਾਂ ਕਰਦਾ ਸੀ? ਆਪਣੀ ਪਤਨੀ ਨੂੰ ਝਿੜਕ ਕੇ, ਉੱਤੇ ਜ਼ੁਲਮ ਕਰਕੇ। ਕਰਸਿੰਗ ਹਿਜ਼ ਵਾਈਫ ਫॉर ਇਟ ਵਾਜ਼ she who used to wake up early morning, but he was in no great hurry today। ਜਦ ਉਹਦੀ ਪਤਨੀ ਹੁੰਦੀ ਉਹਨੂੰ ਉਠਾਉਂਦੀ ਹੋਊਗੀ ਤੇ ਉਹ ਉਹਦੇ ਤੇ ਝਿੜਕਦਾ ਹੋਊਗਾ ਉਹਨੂੰ, ਉਹਦੀ ਸ਼ੁਰੂਆਤ ਦਿਨ ਦੀ ਇੱਦਾਂ ਹੀ ਹੁੰਦੀ ਸੀ। ਪਰ ਅੱਜ ਉਹਦੇ ਕੋਲ ਉਹਨੂੰ ਕੋਈ ਜਲਦੀ ਨਹੀਂ, ਕੋਈ ਵੀ ਉਹਨੂੰ ਕਾਹਲ ਨਹੀਂ, ਇਕੱਲਾ ਹੀ ਘਰ ਦੇ ਵਿੱਚ ਲੇਜ਼ੀਲੀ ਹੀ ਗੌਟ ਅਪ, ਸੁਸਤੀ ਜੇ ਨਾਲ ਉਹ ਉੱਠਦਾ ਵਾ। ਆਫਟਰ ਹਿਜ਼ ਅਬਲਿਊਸ਼ਨ ਮਿਲਕਡ ਦਾ ਗੋਡਸ ਫॉर ਹਿਜ਼ ਅਬਲਿਊਸ਼ਨ ਦਾ ਮਤਲਬ ਇੱਥੇ ਲਿਖਿਆ ਹੋਊਗਾ ਕੋਈ ਨਾ ਕੋਈ, ਤੁਸੀਂ ਬੁੱਕ ਤੇ ਦੇਖ ਸਕਦੇ। ਆਫਟਰ ਹਿਜ਼ ਅਬਲਿਊਸ਼ਨ ਮਿਲਕਡ ਦਾ ਗੋਡ, ਅਬਲਿਊਸ਼ਨ ਸ਼ਾਇਦ ਇਹੋ ਹੀ ਹੋਊਗਾ ਮੂੰਹ ਹੱਥ ਧੋਣਾ। ਉਹ ਉੱਠਿਆ, ਮੂੰਹ ਹੱਥ ਧੋਣ ਤੋਂ ਬਾਅਦ ਗੋਡਸ ਜੋ ਵੀ ਬੱਕਰੀਆਂ ਹੋਣਗੀਆਂ ਉਹਨਾਂ ਤੋਂ ਮਿਲਕ ਉਹਨੇ ਪ੍ਰਾਪਤ ਕੀਤਾ ਆਪਣੇ ਬ੍ਰੇਕਫਾਸਟ ਲਈ। ਉਹਨੂੰ ਮਿਲਕ ਦੀ ਲੋੜ ਹੀ, ਗੋਡਸ ਤੋਂ ਲੈ ਆਇਆ। ਵਿਚ ਕੰਸਿਸਟਿਡ ਆਫ ਦਾ ਰਿਮੇਨਸ
ऑफ द प्रीवियस डेज चपातीस सोक्ड इन द फ्रैश मिल्क, ਜਿਹੜੀਆਂ ਪਿਛਲੇ ਦਿਨ ਦੀਆਂ ਰੋਟੀਆਂ ਹੀ ਉਹਦੇ ਕੋਲ, ਉਹਨੇ ਉਹਨਾਂ ਨੂੰ ਭੇ ਲਿਆ ਤਾਜ਼ੇ ਦੁੱਧ ਵਿੱਚ। ਦੈਨ ਹੀ ਸੈਟ ਡਾਊਨ ਫॉर ਅ ਸਮੋਕ, ਬੈਠ ਗਿਆ ਸਮੋਕ ਕਰਨ ਦੇ ਲਈ, ਹੁੱਕਾ ਪੀਣ ਦੇ ਲਈ ਜਾਂ ਜੋ ਵੀ ਹੋਊਗਾ ਉਹਦੇ ਕੋਲ। ਵਿਦ ਇਸ ਬਿਲੋਵਡ, ਹੁੱਕਾ ਹੀ ਹੈ ਉਹਦੇ ਕੋਲ, ਬਿਸਾਈਡ ਹਿਮ, ਉਹਦੇ ਲਾਗੇ ਹੁੱਕਾ ਪਿਆ ਏ ਜਿਹਨੂੰ ਕਾਫੀ ਪਸੰਦ ਕਰਦਾ ਵਾ ਤੇ ਸਮੋਕ ਕਰਨ ਡੈ ਪਿਆ। ਨਾਓ ਦਾ ਹਟ ਵਾਸ ਵਾਰਮ ਐਂਡ ਅਲਾਈਟ ਵਿਦ ਦ ਰੇਸ ਆਫ ਦ ਸਨ ਸਟ੍ਰੀਮਿੰਗ ਇਨ ਥਰੂ ਦ ਓਪਨ ਵਿੰਡੋ, ਝੌਂਪੜੀ ਗਰਮ ਹੋ ਗਈ, ਨਿੱਗੀ ਹੋ ਗਈ ਕਿਉਂਕਿ ਬਾਹਰੋਂ ਕਿਰਨਾਂ ਆਉਂਦੀਆਂ ਪਈਆਂ ਸੀ ਸੂਰਜ ਦੀਆਂ ਖੁੱਲੀ ਹੋਈ ਖਿੜਕੀ ਦੇ ਥਰੂ। ਇਨ ਅ ਕਾਰਨਰ ਦੇ ਰਿਵੀਲਡ ਸਮ ਕੋਬਵੈਬਸ, ਉਹ ਮੱਕੜੀ ਦਾ ਜਾਲਾ ਜਿਹੜਾ ਹੁੰਦਾ ਵਾ, ਇੱਕ ਕੋਨੇ ਦੇ ਵਿੱਚ ਉਹਨੇ ਦੇਖਿਆ ਵੀ ਕੁਝ ਮੱਕੜੀ ਦਾ ਜਾਲਾ ਵਾ। ਐਂਡ ਹੈਵਿੰਗ ਆਲਰੇਡੀ ਡਿਸਾਈਡਿਡ ਟੂ ਐਬਸੈਂਟ ਹਿਮਸੈਲਫ ਫਰੋਮ ਹਿਜ਼ ਫੀਲਡ, ਵੀ ਅੱਜ ਉਹਨੇ ਖੇਤਾਂ 'ਚ ਨਹੀਂ ਜਾਣਾ ਤੇ ਉਹਦਾ ਕੀ ਥੋਟ ਹੀ ਵੁੱਡ ਟਾਈਡੀ ਹਿਜ਼ ਹਟ, ਵੀ ਉਹ ਆਪਣੀ ਜਿਹੜੀ ਝੌਂਪੜੀ ਆ ਉਹਦੀ ਸਾਫ਼ ਸਫਾਈ ਕਰੇ, ਵੀ ਉਹਨੂੰ ਥੋੜ੍ਹਾ ਠੀਕ ਠਾਕ ਕਰੇ ਝੌਂਪੜੀ ਨੂੰ। ਟਾਈਂਗ ਸਮ ਰੈਕਸ ਟੂ ਦ ਐਂਡ ਆਫ ਦ ਲੌਂਗ ਪੋਲ, ਇੱਕ ਉਹਨੇ ਡੰਡਾ ਲਿਆ ਲੰਬਾ ਜਿਹਾ, ਉਹਦੇ ਇੱਕ ਕੰਢੇ ਤੇ ਉਹਨੇ ਕੀ ਬੰਨ੍ਹਤੇ, ਕੱਪੜੇ ਜੇ ਬੰਨ੍ਹਤੇ ਜਾਲਾ ਲਾਉਣ ਦੇ ਲਈ। ਹੀ ਥੋਟ ਹੀ ਵਾਸ ਅਬਾਊਟ ਟੂ ਰਿਮੂਵ ਦ ਕੋਬਵੈਬਸ ਜਾਲਾ ਹੀ ਜੇ ਮੱਕੜੀ ਦਾ, ਉਹ ਹੁਣ ਕਿਹਨੂੰ ਰਿਮੂਵ ਕਰਨਾ ਚਾਹੁੰਦਾ ਸੀ, ਜਾਲੇ ਨੂੰ। ਵੈਨ ਹੀ ਸਾ ਅ ਨੈਸਟ ਇਨ ਦ ਥੈਚਡ ਰੂਫ, ਥੈਚਡ ਉਹੀ ਘਾਹ ਵਾਲਾ ਪਰਾਲੀ ਵਾਲਾ ਕੋਈ ਛੱਤ ਹੈ, ਵੀ ਉਹਦੀ ਝੌਂਪੜੀ ਇੱਦਾਂ ਦੀ ਉੱਪਰ ਘਾਹ ਵਾਲੀ ਛੱਤ ਹੈ, ਉਹਦੇ ਵਿੱਚ ਮੱਕੜੀ ਦਾ ਜਾਲਾ ਲੱਗਾ ਤੇ ਉਹਨੂੰ ਰਿਮੂਵ ਕਰਨ ਦੇ ਲਈ ਉਹਨੇ ਡੰਡੇ ਨਾਲ ਕੀ ਬੰਨ੍ਹ ਲਿਆ ਵਾ, ਕੁਝ ਫਟੇ ਪੁਰਾਣੇ ਕੱਪੜੇ ਜੇ ਰੈਕਸ ਵਗੈਰਾ ਬੰਨ੍ਹ ਲਏ ਨੇ। ਟੂ ਸਪੈਰੋਸ ਵਰ ਫਲਟਿੰਗ ਇਨ ਐਂਡ ਆਊਟ ਟਵਿਟਰਿੰਗ ਕੌਨਸਟੈਂਟਲੀ, ਦੋ ਚਿੜੀਆਂ ਵਾ ਜਿਹੜੀਆਂ ਉੜਦੀਆਂ ਪਈਆਂ ਵਾ, ਕਦੀ ਅੰਦਰ ਜਾਂਦੀਆਂ ਝੌਂਪੜੀ ਦੇ, ਕਦੀ ਬਾਹਰ ਆਉਂਦੀਆਂ ਇਨ ਐਂਡ ਆਊਟ, ਤੇ ਲਗਾਤਾਰ ਉਹ ਟਵਿਟਰਿੰਗ ਕਰਦੀਆਂ ਪਈਆਂ ਵਾ, ਆਪਣੀ ਚੀਚਹਾਟ ਜਿਹੜੀ ਹੁੰਦੀ ਉਹ ਕਰਦੀਆਂ ਪਈਆਂ। ਹਿਸ ਫਸਟ ਇੰਪਲਸ ਵਾਸ, ਇੰਪਲਸ ਭਾਵਨਾ ਹੀ ਹੁੰਦੀ ਹੈ, ਉਹਦਾ ਪਹਿਲਾ ਉਹਦੇ ਮਨ 'ਚ ਕੀ ਵਿਚਾਰ ਆਇਆ, ਵਾਸ ਟੂ ਰੈਕ ਹੁੰਦਾ ਨਸ਼ਟ ਕਰ ਦੇਣਾ, ਦਾ ਨੈਸਟ ਉਹ ਜਿਹੜਾ ਆਲਣਾ ਵਾ ਉਹਨੂੰ ਵੀ ਨਸ਼ਟ ਕਰ ਦੇ, ਉਹ ਆਲਣਾ ਖਤਮ ਕਰ ਦੇ, ਉੱਥੋਂ ਹਟਾ ਦੇ। ਵਿਦ ਵਨ ਸਟ੍ਰੋਕ ਆਫ ਹਿਜ਼ ਪੋਲ, ਆਪਣੇ ਪੋਲ ਜਿਹੜਾ ਵੀ ਉਹਦੇ ਕੋਲ ਡੰਡਾ ਜਿਹਾ ਵਾ ਉਹਦੇ ਨਾਲ। ਬਟ ਸਮਥਿੰਗ ਵਿਦ ਇਨ ਹਿਮ ਮੇਡ ਹਿਮ ਡਿਸਿਸਟ ਹੁੰਦਾ ਰੁਕਣਾ, ਪਰ ਕੋਈ ਚੀਜ਼ ਹੈਗੀ ਹੀ ਉਸ ਆਲਣੇ ਦੇ ਵਿੱਚ ਜਿਹਨੇ ਉਹਨੂੰ ਰੋਕ ਦਿੱਤਾ। ਥਰੋਇੰਗ ਡਾਊਨ ਦਾ ਪੋਲ, ਉਹਨੇ ਡੰਡਾ ਸੁੱਟਿਆ। ਹੀ ਬਰੋਟ ਆ ਸਟੂਲ, ਇੱਕ ਉਹ ਟੇਬਲ ਜਿਹਾ ਲੈ ਕੇ ਆਇਆ, ਸਟੂਲ ਲੈ ਕੇ ਆਇਆ। ਐਂਡ ਕਲਿੰਬਡ ਅਪ, ਉਹਦੇ ਉੱਪਰ ਚੜ੍ਹ ਗਿਆ ਸਟੂਲ ਦੇ ਉੱਪਰ। ਔਨ ਟੂ ਇਟ ਟੂ ਗੈਟ ਅ ਬੈਟਰ ਵਿਊ ਆਫ ਦਾ ਸਪੈਰੋਸ ਹੋਮ, ਤਾਂ ਕਿ ਉਹਨੂੰ ਚਿੜੀਆ ਦੇ ਘਰ ਦਾ ਇੱਕ ਚੰਗਾ ਵਿਊ ਮਿਲ ਸਕੇ, ਉੱਪਰੋਂ ਚੱਜ ਨਾਲ ਦੇਖ ਸਕੇ। ਟੂ ਲਿਟਲ ਫੀਦਰਲੈਸ ਮਾਈਟਸ ਹੁੰਦੇ ਛੋਟੇ ਜੀਵ, ਦੋ ਛੋਟੇ ਜੀਵ ਹੀ ਜਿਨ੍ਹਾਂ ਦੇ ਹਜੇ ਪੰਖ ਵੀ ਨਹੀਂ ਆਏ। ਆਫ ਰੈੱਡ ਫਲੈਸ਼, ਉਹਨਾਂ ਦੀ ਚਮੜੀ ਜਿਹੜੀ ਹੀ ਲਾਲ ਰੰਗ ਦੀ ਹੀ। ਬੇਬੀ ਸਪੈਰੋਸ ਹਾਰਡਲੀ ਆ ਡੇ ਓਲਡ, ਉਹ ਚਿੜੀਆ ਦੇ ਬੱਚੇ ਹੀ ਜਿਹੜੇ ਮਸਾਂ ਹੀ ਇੱਕ ਦਿਨ ਉਹਨਾਂ ਦੀ ਉਮਰ ਹੋਈ ਹੋਊਗੀ ਅਜੇ। ਲੇ ਇਨਸਾਈਡ, ਉਸ ਆਲਣੇ ਦੇ ਵਿੱਚ ਹੀ। ਨੈਕਸਟ ਪੇਜ 'ਤੇ ਵੀ ਦੇਖ ਲਓ ਥੋੜ੍ਹਾ। ਵਾਈਲ ਦੇਅਰ ਪੇਰੈਂਟਸ, ਤੇ ਉਹਨਾਂ ਚਿੜੀਆਂ ਦੇ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਹੀ, ਵੱਡੀਆਂ ਚਿੜੀਆਂ ਹੀ। ਹੋਵਰਡ ਨੂੰ ਨਾ ਮੰਡਰਾਉਣਾ। ਰਾਊਂਡ ਰਹੀਮ ਖਾਨ ਫੇਸ, ਉਹ ਰਹੀਮ ਖਾਨ ਦੇ ਚਿਹਰੇ ਦੇ ਲਾਗੇ ਬੰਨੇ ਮੰਡਰਾਉਂਦੀਆਂ ਪਈਆਂ ਸੀ। ਸਕਰੀਮਿੰਗ ਥ੍ਰੈਟਨਿੰਗਲੀ, ਹੀ ਬੇਅਰਲੀ ਹੈਡ ਅ ਗਲਿੰਪਸ ਆਫ ਦ ਇਨਸਾਈਡ ਆਫ ਦ ਨੈਸਟ, ਉਹ ਜਿਹੜਾ ਰਹੀਮ ਖਾਨ ਸੀ ਉਹ ਮਹਾਂ ਹੀ ਇੱਕ ਝਲਕ ਜੀ ਪਾ ਸਕਿਆ ਆਲਣੇ ਦੀ, ਉੱਪਰ ਦੀ, ਜਿਹੜਾ ਸਟੂਲ 'ਤੇ ਚੜ੍ਹ ਕੇ ਉੱਪਰ ਦੀ ਉਹਨੇ ਥੋੜ੍ਹਾ ਕੁ ਦੇਖਿਆ ਆਲਣੇ ਨੂੰ, ਉਹਦੇ ਵਿੱਚ ਛੋਟੇ ਜਿਹੇ ਬੋਟ ਵੇਖੇ ਚਿੜੀਆਂ ਦੇ। ਵੈਨ ਦਾ ਮਦਰ ਸਪੈਰੋ ਅਟੈਕਡ ਹਿਮ, ਤੇ ਉਹ ਮਤਲਬ ਉਹਦੀ ਜਿਹੜੀ ਮਦਰ ਸਪੈਰੋ ਸੀ ਉਹਨੇ ਰਹੀਮ ਖਾਨ 'ਤੇ ਅਟੈਕ ਕਰਤਾ, ਕਿਉਂਕਿ ਉਹਨੂੰ ਡਰ ਲੱਗਣਾ ਮੇਰੇ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾਵੇ। ਠੀਕ ਹੈ, ਇੱਥੋਂ ਤੱਕ ਅੱਜ ਲਈ ਆਪਾਂ ਕਰਾਂਗੇ। ਇੱਕ ਦਿਨ 'ਚ ਇਹ ਕੰਪਲੀਟ ਹੋ ਜਾਊਗਾ, ਨੈਕਸਟ ਵੀਡੀਓ 'ਚ ਇਹਨੂੰ ਆਪਾਂ ਕੰਪਲੀਟ ਕਰ ਲਾਂਗੇ। ਇੰਨੀ ਕਹਾਣੀ ਤੁਹਾਨੂੰ ਸਮਝ ਲੱਗ ਗਈ ਹੋਣੀ। ਕਹਾਣੀ ਦਾ ਮੇਨ ਕਰੈਕਟਰ ਹੈਗਾ ਰਹੀਮ ਖਾਨ। ਰਹੀਮ ਖਾਨ ਨੂੰ ਪੂਰੀ ਸੁਸਾਇਟੀ ਕੀ ਕਰਦੀ ਆ, ਨਫ਼ਰਤ ਕਰਦੀ ਆ, ਕੋਈ ਵੀ ਉਹਨੂੰ ਚੰਗਾ ਨਹੀਂ ਸਮਝਦਾ, ਪਰ ਕੋਈ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਨ ਡਿਆ ਵੀ ਇਹ ਆਦਮੀ ਰਹੀਮ ਖਾਨ ਜਿਹੜਾ ਵਾ ਉਹ ਇੱਦਾਂ ਦਾ ਕਿਉਂ ਬਣ ਗਿਆ, ਹੱਸਦਾ ਖੇਡਦਾ ਨੌਜਵਾਨ ਜਿਹੜਾ ਬੀਸਟ ਵਿੱਚ ਕਨਵਰਟ ਕਿਉਂ ਹੋ ਗਿਆ। ਤੇ ਉਹਦੇ ਦੋ ਅੰਬੀਸ਼ਨ ਹੀ, ਸਰਕਸ ਆਰਟਿਸਟ ਬਣਨਾ ਤੇ ਰਾਧਾ ਦੇ ਨਾਲ ਮੈਰਿਜ ਕਰਾਉਣਾ। ਦੋਵੇਂ ਅੰਬੀਸ਼ਨ ਜਿਹੜੇ ਉਹ ਪੂਰੇ ਨਹੀਂ ਹੋਏ, ਤੇ ਫਿਰ ਉਹਦਾ ਨਿਕਾਹ ਜਿਹੜਾ, ਉਹਦੀ ਮੈਰਿਜ ਕਿਸੇ ਹੋਰ ਲੜਕੀ ਨਾਲ ਹੁੰਦੀ, ਦੋ ਬੱਚੇ ਹੁੰਦੇ, ਬੂੰਦੂ ਤੇ ਨੂਰੂ।
ਤੇ ਉਹ ਬੱਚੇ ਵੀ ਛੱਡ ਕੇ ਚਲ ਜਾਂਦੇ, ਇਹਦੀ ਪਤਨੀ ਵੀ ਛੱਡ ਕੇ ਚਲ ਜਾਂਦੀ, ਝੌਂਪੜੀ 'ਚ ਇਕੱਲਾ ਬੈਠਾ ਸੋਚਣ ਡਿਆ ਹੁੰਦਾ ਉਹਨਾਂ ਬਾਰੇ। ਤੇ ਫਿਰ ਉਹ ਫੈਸਲਾ ਲੈਂਦਾ ਵੀ ਅੱਜ ਉਹ ਖੇਤਾਂ 'ਚ ਨਾ ਜਾਵੇ, ਝੌਂਪੜੀ ਨੂੰ ਸਾਫ਼ ਕਰੇ। ਝੌਂਪੜੀ ਨੂੰ ਸਾਫ਼ ਕਰਨ ਦਾ ਉਹਦਾ ਪਹਿਲਾਂ ਜਾਲੀ ਨੂੰ ਹਟਾਉਂਦਾ, ਫਿਰ ਆਲ੍ਹਣੇ 'ਤੇ ਧਿਆਨ ਪੈਂਦਾ, ਆਲ੍ਹਣੇ 'ਚ ਚਿੜੀਆਂ ਦੇ ਬੱਚੇ ਦੇਖਦਾ ਉਹ, ਤੇ ਬੱਚਿਆਂ ਪ੍ਰਤੀ ਉਹਦਾ ਅੱਗੇ ਕਿੱਦਾਂ ਦਾ ਬਿਹੇਵੀਅਰ ਹੋਊਗਾ ਚਿੜੀਆਂ ਦੇ ਬੱਚਿਆਂ ਪ੍ਰਤੀ, ਤੇ ਉਹ ਆਪਾਂ ਨੈਕਸਟ ਵੀਡੀਓ 'ਚ ਦੇਖਾਂਗੇ। ਠੀਕ ਹੈ, ਥੈਂਕ ਯੂ। ਕੋਈ ਵੀ ਮੁਸ਼ਕਲ ਲੱਗੇ ਜ਼ਰੂਰ ਦੱਸਿਓ ਵੀ ਜੇ ਤੁਹਾਨੂੰ ਸਮਝ ਨਹੀਂ ਲੱਗਦਾ ਪਿਆ ਮੈਂ ਕੋਈ ਹੋਰ ਟਰਾਈ ਕਰ ਸਕਦਾ ਵਾਂ। ਤੁਸੀਂ ਕੋਸ਼ਿਸ਼ ਕਰੋ ਇਹਨੂੰ ਜ਼ਰੂਰ ਸੁਣਿਆ ਕਰੋ, ਚੱਜ ਨਾਲ ਸਟੋਰੀ ਪਤਾ ਲੱਗੂ ਤੇ ਕੁਐਸਚਨ ਆਪੇ ਕਵਰ ਹੋ ਜਾਣੇ ਨੇ।